हेलो फ्रेंड्स, वेलकम टू अवर न्यू चैनल एजू स्मार्ट क्लासेस। सो जो कि DPD कॉलेज जीरा वालों ਇਹ ਨਿਊ ਬ੍ਰੋਡਕਾਸਟਿੰਗ ਚੈਨਲ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਤੁਸੀਂ ਇਗਨੋ ਦੇ ਰਿਲੇਟਡ, DECE ਦੇ ਰਿਲੇਟਡ ਜਾਂ ਜੋ ਪ੍ਰੀ ਪ੍ਰਾਇਮਰੀ ਪੋਸਟਾਂ ਹਨ ਉਸ ਦੇ ਰਿਲੇਟਡ ਆਨਲਾਈਨ ਜਾਂ ਆਫਲਾਈਨ ਕੋਚਿੰਗ ਤੁਸੀਂ ਹੇਠ ਲਿਖੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਸੋ ਅੱਜ ਆਪਣਾ ਟੌਪਿਕ ਸ਼ੁਰੂ ਕਰਦੇ ਹਾਂ। ਆਪਾਂ ਜਨਰਲ ਸਾਇੰਸ ਦਾ ਟੌਪਿਕ ਸ਼ੁਰੂ ਕੀਤਾ ਸੀਗਾ, ਫਿਜ਼ਿਕਸ, ਕੈਮਿਸਟਰੀ, ਬਾਇਓ। ਕੈਮਿਸਟਰੀ ਦਾ ਆਪਾਂ ਟੌਪਿਕ ਸਟਾਰਟ ਕੀਤਾ ਸੀਗਾ ਮੈਟਰ ਐਂਡ ਇਟਸ ਸਟੇਟਸ, ਉਸਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਸੋ ਕੱਲ੍ਹ ਤੱਕ ਆਪਾਂ ਐਲੀਮੈਂਟ ਬਾਰੇ ਸਟੱਡੀ ਕਰ ਲਿਆ ਸੀਗਾ, ਤਾਂ ਕੁਛ ਇੰਪੋਰਟੈਂਟ ਪੁਆਇੰਟ ਐਲੀਮੈਂਟ ਬਾਰੇ। ਪਹਿਲਾ ਪੁਆਇੰਟ ਹੈਗਾ ਵਾ ਇਨ ਦਾ ਅਰਥ ਕਰਸਟ ਦਾ ਆਕਸੀਜਨ ਇਜ਼ ਦਾ ਮੋਸਟ ਅਬੰਡੈਂਟ। ਵੀ ਜਿਹੜੀ ਆਪਣੀ ਅਰਥ ਕਰਸਟ ਹੁੰਦੀ ਹੈ ਉਸ ਦੇ ਵਿੱਚ ਜਿਹੜਾ ਆਕਸੀਜਨ ਐਲੀਮੈਂਟ ਆ ਉਹ ਸਭ ਤੋਂ ਵੱਧ ਪ੍ਰੈਜ਼ੈਂਟ ਹੁੰਦਾ ਹੈ। ਜਿਹੜੀ ਆਪਣੀ ਹਿਊਮਨ ਬੋਡੀ ਹੈ ਉਹਦੇ ਵਿੱਚ ਵੀ ਆਕਸੀਜਨ ਕੀ ਹੁੰਦਾ ਹੈ, ਸਭ ਤੋਂ ਵੱਧ। ਪਰ ਜਿਹੜਾ ਆਪਣਾ ਐਟਮੋਸਫੀਅਰ ਹੁੰਦਾ ਹੈ, ਵਾਯੂਮੰਡਲ, ਉਹ 'ਚ ਨਾਈਟ੍ਰੋਜਨ ਸਭ ਤੋਂ ਵੱਧ ਹੁੰਦੀ ਹੈ। ਠੀਕ ਹੈ, ਤਾਂ ਇਸ ਦੇ ਬੇਸ 'ਤੇ ਡਾਇਰੈਕਟ MCQ ਆ ਸਕਦਾ ਹੈ। ਤਾਂ ਜੇ ਆਵੇ ਵੀ ਅਰਥ ਕਰਸਟ ਸਭ ਤੋਂ ਵੱਧ ਐਲੀਮੈਂਟ ਕਿਹੜਾ ਹੈ, ਤਾਂ ਆਕਸੀਜਨ ਆਏਗਾ। ਜੇ ਆਵੇ ਹਿਊਮਨ ਬੋਡੀ 'ਚ ਤਾਂ ਆਨਸਰ ਆਏਗਾ ਆਕਸੀਜਨ। ਅਤੇ ਜੇ ਆਵੇ ਐਟਮੋਸਫੀਅਰ ਦੇ ਵਿੱਚ, ਵਾਯੂਮੰਡਲ 'ਚ ਕਿਹੜਾ ਸਭ ਤੋਂ ਵੱਧ ਐਲੀਮੈਂਟ ਹੈ, ਤਾਂ ਫਿਰ ਆਏਗਾ ਨਾਈਟ੍ਰੋਜਨ। ਨੈਕਸਟ ਟੌਪਿਕ ਹੈਗਾ ਮੈਟਲ, ਜਿਹਨੂੰ ਆਪਾਂ ਧਾਤੂ ਕਹਿ ਦਿੰਦੇ ਹਾਂ। ਤਾਂ ਮੈਟਲ ਉਹ ਜਿਹੜੇ ਆਪਣੇ ਕੋਲ ਠੋਸ ਹੁੰਦੇ ਆ, ਜਿਵੇਂ ਧਾਤਾਂ ਵਿੱਚ ਲਸਟਰ, ਚਮਕ ਹੁੰਦੀ ਹੈ। ਧਾਤਾਂ ਕੀ ਚਮਕਦੀਆਂ ਵਾ, ਜਿਵੇਂ ਆਪਾਂ ਕਹਿੰਦੇ ਹਾਂ ਸੋਨਾ ਹੈ, ਸੋਨਾ ਇੱਕ ਧਾਤੂ ਹੈ, ਉਹਦੀ ਚਮਕ ਹੁੰਦੀ ਹੈ। ਚਾਂਦੀ ਧਾਤੂ ਹੈ, ਉਸ ਦੀ ਵੀ ਚਮਕ ਹੁੰਦੀ ਹੈ। ਅੱਗੇ ਆਪਾਂ ਧਾਤਾਂ ਦੀਆਂ ਕੀ ਆ ਤਾਰਾਂ ਬਣਾ ਸਕਦੇ ਹਾਂ, ਇਹਨੂੰ ਆਪਾਂ ਕਹਿੰਦੇ ਹਾਂ ਖਚੀਣ ਯੋਗਤਾ। ਇੰਗਲਿਸ਼ 'ਚ ਆਪਾਂ ਇਹਨੂੰ ਕਹਿੰਦੇ ਡਕਟੀਲਿਟੀ। ਠੀਕ ਹੈ, ਤਾਂ ਜੇ ਆਪਾਂ ਕਿਸੇ ਚੀਜ਼ ਤਾਰ ਬਣਾਈਏ ਤਾਂ ਉਸ ਪ੍ਰੋਪਰਟੀ ਨੂੰ ਆਪਾਂ ਖਚੀਣ ਯੋਗਤਾ, ਡਕਟੀਲਿਟੀ ਕਹਿੰਦੇ ਹਾਂ। ਤਾਂ ਮੈਟਲ ਜਿਵੇਂ ਆਇਰਨ ਹੋ ਗਿਆ ਜਾਂ ਕਾਪਰ ਹੋ ਗਿਆ, ਉਹਦੀਆਂ ਆਪਾਂ ਕੀ ਆ ਤਾਰਾਂ ਬਣਾ ਸਕਦੇ ਹਾਂ। ਇਹਦੀਆਂ ਆਪਾਂ ਸ਼ੀਟਾਂ ਬਣਾ ਸਕਦੇ ਹਾਂ, ਕਿ ਮੈਟਲ ਦੀਆਂ ਆਪਾਂ ਪਲੇਨ ਸ਼ੀਟਾਂ ਕੱਟ ਸਕਦੇ ਹਾਂ। ਇਹਨੂੰ ਆਪਾਂ ਕਹਿੰਦੇ ਹਾਂ ਕੁਟੀਨ ਯੋਗਤਾ, ਕਿ ਮੈਟਲ ਨੂੰ ਆਪਾਂ ਕੁੱਟ ਕੇ ਉਹਦੀਆਂ ਸ਼ੀਟਾਂ ਬਣਾ ਸਕਦੇ ਹਾਂ। ਇੰਗਲਿਸ਼ 'ਚ ਆਪਾਂ ਇਹਨੂੰ ਮੈਲੀਏਬਿਲਿਟੀ ਕਹਿੰਦੇ ਹਾਂ। ਤਾਂ ਮੈਟਲ ਕੀ ਆ ਡਕਟਿਲਿਟੀ, ਜਿਹਨੂੰ ਆਪਾਂ ਕਹਿੰਦੇ ਹਾਂ ਖਚੀਨ ਯੋਗਤਾ, ਅਤੇ ਮੈਲੀਏਬਿਲਿਟੀ ਦੋਨੇ ਪ੍ਰੋਪਰਟੀਆਂ ਨੂੰ ਸ਼ੋਅ ਕਰਦੇ ਆ। ਸਭ ਤੋਂ ਵੱਧ ਧਾਤ ਜਿਹੜੀ ਅਰਥ ਕਰਸਟ ਵਿੱਚ ਮਿਲਦੀ ਹੈ, ਵੀ ਸਭ ਤੋਂ ਵੱਧ ਜਿਹੜਾ ਮੈਟਲ ਆਪਾਂ ਨੂੰ ਅਰਥ ਕਰਸਟ ਮਿਲਦਾ ਹੈ ਉਹ ਹੁੰਦਾ ਆਪਾਂ ਨੂੰ ਕੋਲ ਐਲੂਮੀਨੀਅਮ। ਜਿਹੜੀ ਆਪਣੀ ਧਰਤੀ ਦੀ ਪਰਤ ਹੁੰਦੀ ਆ ਉਹ 'ਚ ਸਭ ਤੋਂ ਵੱਧ ਜਿਹੜਾ ਮੈਟਲ ਪ੍ਰੈਜ਼ੈਂਟ ਹੈ ਉਹ ਹੈਗਾ ਐਲੂਮੀਨੀਅਮ। ਨੈਕਸਟ ਓਨਲੀ ਮੈਟਲ, ਇਕੱਲਾ ਮੈਟਲ ਜਿਹੜਾ ਕੀ ਆ ਲਿਕੁਇਡ ਹੋਵੇ। ਆਪਾਂ ਨੂੰ ਪਤਾ ਸਾਰੇ ਮੈਟਲ ਕੀ ਹੁੰਦੇ ਆ, ਸੋਲਿਡ ਹੁੰਦੇ ਆ, ਸਖਤ ਹੁੰਦੇ ਆ। ਪਰ ਇਕੱਲਾ ਮੈਟਲ ਜਿਹੜਾ ਲਿਕੁਇਡ ਹੁੰਦਾ ਉਹ ਹੁੰਦਾ ਮਰਕਰੀ, ਜਿਹੜਾ ਕਿ ਥਰਮਾਮੀਟਰ ਵਿੱਚ ਪਾਰਾ ਹੁੰਦਾ ਹੈ ਉਹ ਮੈਟਲ ਹੁੰਦਾ ਹੈ, ਪਰ ਉਹ ਹੁੰਦਾ ਕੀ ਹੈ ਲਿਕੁਇਡ। ਸੋ ਇਟ ਇਜ਼ ਦਾ ਓਨਲੀ ਮੈਟਲ ਦੈਟ ਇਜ਼ ਲਿਕੁਇਡ ਐਟ ਰੂਮ ਟੈਂਪਰੇਚਰ, ਮਰਕਰੀ। ਨੈਕਸਟ ਮੋਸਟ ਮੈਲੀਏਬਲ ਮੈਟਲ, ਮੈਲੀਏਬਲ ਹੁੰਦਾ ਕੁਟੀਨ ਯੋਗਤਾ, ਵੀ ਜਿਹਨੂੰ ਆਪਾਂ ਵਧੀਆ ਤਰੀਕੇ ਨਾਲ ਕੁੱਟ ਸਕੀਏ, ਜਿਹਦੀਆਂ ਆਪਾਂ ਕੀ ਸ਼ੀਟਾਂ ਵਧੀਆ ਬਣਾ ਸਕੀਏ। ਤਾਂ ਮੋਸਟ ਮੈਲੀਏਬਲ ਮੈਟਲ ਹੁੰਦਾ ਵਾ ਗੋਲਡ, ਗੋਲਡ ਦਾ ਸਿੰਬਲ ਹੁੰਦਾ ਵਾ AU, ਤੇ ਸਿਲਵਰ, ਸਿਲਵਰ ਦਾ ਸਿੰਬਲ ਹੁੰਦਾ ਵਾ AG। ਇਹ ਦੋਨੇ ਕੀ ਆ ਮੋਸਟ ਮੈਲੀਏਬਲ ਮੈਟਲ ਹੁੰਦੇ ਆ। ਬੈਸਟ ਕੰਡਕਟਰ ਆਫ ਇਲੈਕਟ੍ਰਿਸਿਟੀ, ਵੀ ਜੋ ਇਲੈਕਟ੍ਰਿਸਿਟੀ ਸਭ ਤੋਂ ਵਧੀਆ ਪਾਸ ਕਰਦੇ ਹੋਏ ਬਿਜਲੀ, ਉਹ ਹੁੰਦਾ ਆਪਣੇ ਕੋਲ ਸਿਲਵਰ, ਜਿਹਨੂੰ ਆਪਾਂ ਚਾਂਦੀ ਕਹਿੰਦੇ ਆ। ਤਾਂ ਇਹ ਕੀ ਆ ਬੈਸਟ ਕੰਡਕਟਰ ਆਫ ਇਲੈਕਟ੍ਰਿਸਿਟੀ। ਇੱਕ ਵਾਰ ਫਿਰ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਪਹਿਲਾਂ ਤਾਂ ਇਨ ਅਰਥ ਕਰਸਟ ਵਿੱਚ ਸਭ ਤੋਂ ਵੱਧ ਜੇ ਕਹਿਣ ਤੱਤ ਕਿਹੜਾ, ਤਾਂ ਆਕਸੀਜਨ ਆਏਗਾ। ਆਪਣੀ ਸਰੀਰ ਦੇ ਵਿੱਚ ਸਭ ਤੋਂ ਵੱਧ ਤੱਤ ਉਹ ਵੀ ਕਿਹੜਾ ਆਏਗਾ, ਆਕਸੀਜਨ। ਪਰ ਜੇ ਆਪਣੇ ਵਾਯੂਮੰਡਲ ਸਭ ਤੋਂ ਵੱਧ ਤੱਤ ਕਿਹੜਾ ਹੁੰਦਾ, ਉਸਦਾ ਆਨਸਰ ਆਏਗਾ ਨਾਈਟ੍ਰੋਜਨ। ਨੈਕਸਟ ਮੈਟਲ, ਧਾਤੂ ਕੀ ਹੁੰਦੀ ਹੈ, ਧਾਤਾਂ ਵਿੱਚ ਚਮਕ ਹੁੰਦੀ ਹੈ, ਚਮਕਦੀਆਂ ਵਾ। ਇਹਦੀਆਂ ਆਪਾਂ ਤਾਰਾਂ ਬਣਾ ਸਕਦੇ ਹਾਂ, ਜਿਹਨੂੰ ਆਪਾਂ ਕਹਿੰਦੇ ਹਾਂ ਖਚੀਨ ਯੋਗਤਾ। ਇਹਦੀਆਂ ਆਪਾਂ ਸ਼ੀਟਾਂ ਬਣਾ ਸਕਦੇ ਜਿਹਨੂੰ ਆਪਾਂ ਕਹਿੰਦੇ ਹਾਂ ਕੁਟੀਨ ਯੋਗਤਾ। ਅਤੇ ਸਭ ਤੋਂ ਵੱਧ ਧਾਤ ਜਿਹੜੀ ਆਪਣੀ ਧਰਤੀ ਵਿੱਚ ਪ੍ਰੈਜ਼ੈਂਟ ਹੁੰਦੀ ਹੈ ਪਰਤ ਦੇ ਵਿੱਚ, ਉੱਪਰਲੀ ਪਰਤ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਐਲੂਮੀਨੀਅਮ। ਇਹਦਾ ਸਿੰਬਲ ਹੁੰਦਾ ਵਾ AL। ਅਤੇ ਇਕੱਲਾ ਮੈਟਲ ਜਿਹੜਾ ਕੀ ਆ ਦਰਾਬ ਹੋਵੇ, ਲਿਕੁਇਡ ਹੋਵੇ, ਉਹਨੂੰ ਆਪਾਂ ਕਹਿੰਦੇ ਮਰਕਰੀ, ਪਾਰਾ। ਅਤੇ ਮੋਸਟ ਮੈਲੀਏਬਲ ਮੈਟਲ ਜਿਹਨੂੰ ਆਪਾਂ ਮਤਲਬ ਵਧੀਆ ਤਰੀਕੇ ਨਾਲ ਜਿਹਨੂੰ ਆਪਾਂ ਕੁੱਟ ਸਕੀਏ, ਤਾਂ ਉਹ ਹੁੰਦਾ ਗੋਲਡ, ਜਿਹਦਾ ਸਿੰਬਲ ਆ AU, ਅਤੇ ਸਿਲਵਰ ਦਾ AG। ਅਤੇ ਜਿਹੜਾ ਸਭ ਤੋਂ ਵਧੀਆ ਕੰਡਕਟਰ ਇਲੈਕਟ੍ਰਿਸਿਟੀ ਦਾ, ਜਿੱਥੋਂ ਬਿਜਲੀ ਵਧੀਆ ਪਾਸ ਕਰਦੀ ਹੈ, ਉਸ ਦਾ ਆਨਸਰ ਆਏਗਾ ਸਿਲਵਰ, ਚਾਂਦੀ। ਠੀਕ ਹੈ, ਨੈਕਸਟ ਜਿਵੇਂ ਪਿੱਛੇ ਕੀਤਾ ਆਪਾਂ, ਸਭ ਤੋਂ ਵਧੀਆ ਕੰਡਕਟਰ ਕਿਹੜਾ ਹੁੰਦਾ ਵਾ ਸਿਲਵਰ, ਉਵੇਂ ਸਭ ਤੋਂ ਮਾੜਾ ਪੂਰਸ਼ ਕੰਡਕਟਰ ਉਹ ਹੁੰਦਾ ਆਪਣੇ ਕੋਲ ਲੈਡ, ਜਿਹਨੂੰ ਆਪਾਂ ਸਿੱਕਾ ਕਹਿ ਦਿੰਦੇ ਹਾਂ। ਨੈਕਸਟ ਜਿਹੜੇ ਮੈਟਲ ਆ ਇਹ ਸਾਰੇ ਸਖਤ ਹੁੰਦੇ ਆ। ਠੀਕ ਹੈ, ਪਰ ਆਪਣੇ ਕੋਲ 3 ਮੈਟਲ ਆ ਜਿਹੜੇ ਕੀ ਆ ਸੌਫਟ ਹੁੰਦੇ ਆ, ਨਰਮ ਹੁੰਦੇ ਆ। ਉਹ ਹੁੰਦਾ ਇੱਕ ਹੁੰਦਾ ਸੋਡੀਅਮ, ਇੱਕ ਹੁੰਦਾ ਪੋਟਾਸ਼ੀਅਮ, ਅਤੇ ਇੱਕ ਹੀ ਹੁੰਦਾ ਮੈਗਨੀਸ਼ੀਅਮ। ਸੋਡੀਅਮ ਦਾ ਸਿੰਬਲ ਹੁੰਦਾ ਵਾ Na, ਪੋਟਾਸ਼ੀਅਮ ਦਾ ਹੁੰਦਾ ਵਾ K, ਅਤੇ ਮੈਗਨੀਸ਼ੀਅਮ ਦਾ ਹੁੰਦਾ ਵਾ Mg। ਠੀਕ ਹੈ, ਸਿੰਬਲ ਬਹੁਤ ਇੰਪੋਰਟੈਂਟ ਇਹਨਾਂ ਦੇ। ਤਾਂ ਇਹ ਤਿੰਨੇ ਮੈਟਲ ਕੀ ਆ ਸਖਤ ਨਹੀਂ ਹੁੰਦੇ, ਸੌਫਟ ਹੁੰਦੇ। ਇਹਨੂੰ ਆਪਾਂ ਕੀ ਆ ਨਾਈਫ ਨਾਲ, ਇਹਨੂੰ ਆਪਾਂ ਕੀ ਆ ਚਾਕੂ ਨਾਲ ਕੱਟ ਕਰ ਸਕਦੇ ਹਾਂ, ਇੰਨੇ ਸੌਫਟ ਹੁੰਦੇ ਆ ਇਹ। ਅੱਗੇ ਜਿਹੜੇ ਸੋਡੀਅਮ ਤੇ ਪੋਟਾਸ਼ੀਅਮ ਹੁੰਦੇ ਆ, ਇਹਨੂੰ ਇਹ ਕੀ ਆ ਬਹੁਤ ਕਿਰਿਆਸ਼ੀਲ ਹੁੰਦੇ ਆ। ਮਤਲਬ ਜੇ ਆਪਾਂ ਇਹਨੂੰ ਬਾਹਰ ਰੱਖਾਂਗੇ ਤਾਂ ਇਹ ਜਲਦੀ ਹਵਾ ਨਾਲ ਰਿਐਕਟ ਕਰ ਜਾਂਦੇ ਆ।
ਜਿਵੇਂ ਆਪਾਂ ਸੁਣਿਆ ਹੈਗਾ ਸੋਡੀਅਮ ਨੂੰ ਆਪਾਂ ਪਾਣੀ 'ਚ ਪਾਉਂਦੇ ਤਾਂ ਅੱਗ ਲੱਗ ਜਾਂਦੀ ਹੈ, ਠੀਕ, ਕਿਉਂਕਿ ਇਹ ਬਹੁਤ ਕਿਰਿਆਸ਼ੀਲ ਆ, ਬਹੁਤ ਰਿਐਕਟਿਵ ਆ, ਤਾਂ ਕਰਕੇ ਇਹਨੂੰ ਆਪਾਂ ਸਟੋਰ ਕਰਦੇ ਹਾਂ ਅੰਦਰ ਕੈਰੋਸੀਨ ਆਇਲ, ਠੀਕ ਹੈ। ਤਾਂ ਸੋਡੀਅਮ ਤੇ ਪੋਟਾਸ਼ੀਅਮ ਨੂੰ ਆਪਾਂ ਕੈਰੋਸੀਨ ਆਇਲ ਦੇ ਵਿੱਚ ਸਟੋਰ ਕਰਦੇ ਹਾਂ। ਸਭ ਤੋਂ ਹਲਕੀ ਧਾਤ, ਜਿਹੜੀ ਸਭ ਤੋਂ ਹਲਕੀ ਧਾਤ ਮੈਟਲ ਕਿਹੜਾ ਹੁੰਦਾ, ਉਹ ਹੁੰਦਾ ਲੀਥੀਅਮ, ਠੀਕ ਹੈ। ਇੱਥੇ ਵਰਡ ਧਾਤ ਜੋੜ ਦੇਣਾ ਵਾ, ਜੇ ਉਹਨੇ ਕਿਹਾ ਸਭ ਤੋਂ ਹਲਕਾ ਐਲੀਮੈਂਟ, ਸਭ ਤੋਂ ਹਲਕਾ ਐਲੀਮੈਂਟ ਹੁੰਦਾ ਹਾਈਡਰੋਜਨ, ਪਰ ਜੇ ਕਹਿਣ ਸਭ ਤੋਂ ਹਲਕੀ ਧਾਤ ਮੈਟਲ ਕਿਹੜੀ ਆ, ਸਭ ਤੋਂ ਹਲਕਾ ਮੈਟਲ, ਤਾਂ ਉਹ ਆਨਸਰ ਆਏਗਾ ਲੀਥੀਅਮ। ਅੱਗੇ ਜੇ ਆਪਾਂ ਧਾਤ ਵਿੱਚ ਐਸਿਡ ਪਾਵਾਂਗੇ, ਮੰਨ ਲਓ ਆਪਣੇ ਕੋਲ ਕੋਈ ਵੀ ਆਪਾਂ ਆਇਰਨ ਲੈ ਲਿਆ, ਆਇਰਨ ਇੱਕ ਧਾਤ ਆ, ਮੈਟਲ, ਆਪਾਂ ਉੱਤੇ ਐਸਿਡ ਪਾਤਾ ਕੋਈ ਵੀ, ਤਾਂ ਉੱਥੋਂ ਕੀ ਆ ਆਪਣੇ ਕੋਲ ਇੱਕ ਗੈਸ ਬਾਹਰ ਆਏਗੀ, ਤੇ ਉਹ ਗੈਸ ਨੂੰ ਕਹਿੰਦੇ ਆਪਾਂ ਹਾਈਡਰੋਜਨ, ਠੀਕ ਹੈ। ਤਾਂ ਧਾਤ ਵਿੱਚ ਐਸਿਡ ਪਾਉਣ ਨਾਲ ਹਾਈਡਰੋਜਨ ਗੈਸ ਬਾਹਰ ਨਿਕਲਦੀ ਹੈ। ਇਹ 3 ਇੰਪੋਰਟੈਂਟ ਐਸਿਡ ਆ। ਪਹਿਲਾ HCl, ਇਹਨੂੰ ਆਪਾਂ ਕਹਿੰਦੇ ਹਾਈਡਰੋਕਲੋਰਿਕ ਐਸਿਡ। ਦੂਜਾ H2SO4, ਇਹਨੂੰ ਕਹਿੰਦੇ ਸਲਫਿਊਰਿਕ ਐਸਿਡ। ਤੀਜਾ HNO3, ਇਹਨੂੰ ਕਹਿੰਦੇ ਆਪਾਂ ਨਾਈਟ੍ਰਿਕ ਐਸਿਡ। ਇਹ ਇਹਨਾਂ ਦੇ ਕੀ ਆ ਰਸਾਇਣਿਕ ਸੂਤਰ ਆ। ਅੱਗੇ ਸਭ ਤੋਂ ਭਾਰੀ, ਤਾਂ ਜਿਵੇਂ ਕਿ ਸਭ ਤੋਂ ਹਲਕੀ ਧਾਤ ਕਿਹੜੀ ਹੁੰਦੀ ਲੀਥੀਅਮ, ਉਵੇਂ ਸਭ ਤੋਂ ਭਾਰੀ ਧਾਤ ਹੁੰਦੀ ਆ ਓਸਮੀਅਮ, ਠੀਕ ਹੈ। ਇੱਕ ਵਾਰ ਫਿਰ ਆਪਾਂ ਇਹਨੂੰ ਥੋੜਾ ਰਿਵਾਈਜ਼ ਕਰ ਲੈਂਦੇ, ਯਾਦ ਕਰ ਲੈਂਦੇ ਆ। ਤਾਂ ਪਹਿਲਾਂ ਸਭ ਤੋਂ ਪੂਰੈਸਟ ਮੈਟਲ ਕਿਹੜਾ ਹੁੰਦਾ ਵਾ, ਲੈਡ, ਸਿੱਕਾ। ਤੇ ਮੈਟਲ ਸਾਰੇ ਸਖਤ ਹੁੰਦੇ ਆ, ਪਰ ਸੋਡੀਅਮ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਕੀ ਹੁੰਦੇ ਆ, ਸੌਫਟ, ਨਰਮ ਹੁੰਦੇ ਆ। ਸੋਡੀਅਮ ਪੋਟਾਸ਼ੀਅਮ ਨੂੰ ਆਪਾਂ ਕੈਰੋਸਿਨ ਆਇਲ ਸਟੋਰ ਕਰ ਦਿੰਦੇ, ਕਿਉਂਕਿ ਇਹ ਕੀ ਬਹੁਤ ਕਿਰਿਆਸ਼ੀਲ ਹੁੰਦੇ ਆ। ਸਭ ਤੋਂ ਹਲਕੀ ਧਾਤ ਕਿਹੜੀ ਆ, ਲੀਥੀਅਮ, ਤੇ ਸਭ ਤੋਂ ਭਾਰੀ ਧਾਤ ਕਿਹੜੀ ਆ, ਓਸਮੀਅਮ। ਧਾਤ ਵਿੱਚ ਜੇ ਆਪਾਂ ਐਸਿਡ ਪਾਵਾਂਗੇ ਤਾਂ ਕਿਹੜੀ ਗੈਸ ਬਾਹਰ ਆਏਗੀ, ਹਾਈਡਰੋਜਨ। HCl ਕੀ ਹੁੰਦਾ, ਹਾਈਡਰੋਕਲੋਰਿਕ ਐਸਿਡ। H2SO4 ਕੀ ਹੁੰਦਾ ਵਾ, ਸਲਫਿਊਰਿਕ ਐਸਿਡ। HNO3 ਕੀ ਹੁੰਦਾ ਵਾ, ਨਾਈਟ੍ਰਿਕ ਐਸਿਡ। ਨੈਕਸਟ ਦੇਖਦੇ ਹਾਂ। ਨੈਕਸਟ ਸਭ ਤੋਂ ਰਿਐਕਟਿਵ, ਵੀ ਜਿਹੜੀ ਕਿਹੜੀ ਧਾਤ ਜਿਹੜੀ ਸਭ ਤੋਂ ਵੱਧ ਕਿਰਿਆਸ਼ੀਲ ਹੁੰਦੀ ਹੈ, ਤਾਂ ਸਭ ਤੋਂ ਵੱਧ ਰਿਐਕਟਿਵ ਹੁੰਦਾ ਪੋਟਾਸ਼ੀਅਮ, ਠੀਕ ਹੈ। ਪੋਟਾਸ਼ੀਅਮ ਸਭ ਤੋਂ ਵੱਧ ਰਿਐਕਟ ਕਰਦਾ ਵਾ। ਤੇ ਸਭ ਤੋਂ ਘੱਟ ਰਿਐਕਟਿਵ ਧਾਤ ਉਹ ਹੁੰਦੀ ਆ ਗੋਲਡ। ਤਾਂ ਹੀ ਜਿਹੜੇ ਆਪਣੇ ਜਵੈਲਰੀ ਹੁੰਦੀ ਆ ਜਾਂ ਗਹਿਣੇ ਆਪਾਂ ਕੀ ਆ ਸੋਨੇ ਦੇ ਬਣਾਉਂਦੇ, ਕਿਉਂਕਿ ਸੋਨਾ ਕਿਸੇ ਨਾਲ ਰਿਐਕਟ ਨਹੀਂ ਕਰਦਾ। ਕਿਉਂਕਿ ਜੇ ਕੋਈ ਚੀਜ਼ ਕਿਸੇ ਨਾਲ ਰਿਐਕਟ ਕਰੇਗੀ ਤਾਂ ਉੱਤੇ ਕੀ ਹੈ ਇੱਕ ਪਰਤ ਬਣ ਜਾਂਦੀ ਹੈ, ਜਿਹਦੇ ਨਾਲ ਉੱਤੇ ਕੀ ਉਹਦੀ ਸ਼ਾਈਨਿੰਗ, ਉਹਦੇ ਚਮਕ ਖਰਾਬ ਹੋ ਸਕਦੀ ਆ। ਤਾਂ ਕਿਉਂਕਿ ਜਿਹੜਾ ਆਪਾਂ ਨੂੰ ਪਤਾ ਵਾ ਗੋਲਡ ਜਿਹੜਾ ਜਿਹਦਾ ਸਿੰਬਲ AU ਹੁੰਦਾ ਵਾ, ਇਹ ਸਭ ਤੋਂ ਘੱਟ ਕਿਰਿਆਸ਼ੀਲ ਹੈ, ਕਿਸੇ ਨਾਲ ਰਿਐਕਟ ਨਹੀਂ ਕਰੇਗਾ, ਤਾਂ ਇਸ ਦੀ ਜਿਹੜੀ ਚਮਕ ਉਹ ਬਰਕਰਾਰ ਰਹੇਗੀ, ਠੀਕ ਹੈ। ਤਾਂ ਸਭ ਤੋਂ ਵੱਧ ਰਿਐਕਟਿਵ ਧਾਤ ਹੁੰਦੀ ਹੈ ਪੋਟਾਸ਼ੀਅਮ, ਸਭ ਤੋਂ ਘੱਟ ਰਿਐਕਟਿਵ ਧਾਤ ਕਿਹੜੀ ਹੁੰਦੀ ਹੈ, ਗੋਲਡ। ਇਸ ਦੀ ਗੱਲ ਮੈਟਲ ਬਾਰੇ ਹੁਣ ਆਪਾਂ ਨਾਨ ਮੈਟਲ ਬਾਰੇ ਡਿਸਕਸ ਕਰਦੇ ਹਾਂ। ਨਾਨ ਮੈਟਲ ਨੂੰ ਆਪਾਂ ਕਹਿੰਦੇ ਅਧਾਤ, ਜਿਹੜੀਆਂ ਧਾਤਾਂ ਦੇ ਉਲਟ ਆਪਾਂ ਕਹਿੰਦੇ ਅਧਾਤਾਂ ਕਹਿ ਦਿੰਦੇ ਆਪਾਂ ਇਹਨੂੰ, ਤੇ ਆਪਣੇ ਕੋਲ 22 ਆ ਨਾਨ ਮੈਟਲ, ਠੀਕ ਹੈ। ਐਗਜ਼ਾਮਪਲ ਜਿਵੇਂ ਗੈਸਾਂ ਹੋ ਗਈਆਂ, ਹਾਈਡਰੋਜਨ ਹੋ ਗਈ, ਹਾਈਡਰੋਜਨ ਇੱਕ ਨਾਨ ਮੈਟਲ ਆ। ਆਕਸੀਜਨ ਹੋ ਗਈ ਜਾਂ ਸਲਫਰ, ਇਹ ਸਾਰੀਆਂ ਕੀ ਆਪਣੇ ਕੋਲ ਨਾਨ ਮੈਟਲਸ ਹੁੰਦੀਆਂ ਵਾ। ਤਾਂ ਧਾਤ ਜਿਹੜੀ ਲਿਕੁਇਡ ਹੋਵੇ, ਧਾਤਾਂ ਜ਼ਿਆਦਾਤਰ ਜਾਂ ਤਾਂ ਸੋਲਿਡ ਹੋਣਗੀਆਂ ਜਾਂ ਗੈਸ ਹੋਣਗੀਆਂ। ਇਕੱਲੀ ਧਾਤ ਜਿਹੜੀ ਲਿਕੁਇਡ ਆ ਉਹ ਹੁੰਦੀ ਆ ਬਰੋਮੀਨ, ਠੀਕ ਹੈ। ਸੋ ਬਰੋਮੀਨ ਇਜ਼ ਦਾ ਓਨਲੀ ਨੋਨ ਮੈਟਲ ਵਿਚ ਇਜ਼ ਲਿਕੁਇਡ ਐਟ ਰੂਮ ਟੈਂਪਰੇਚਰ। ਇਹ ਇਕੱਲੀ ਧਾਤ ਆ ਜਿਹੜੀ ਕੀ ਆ ਦਰਵ ਦੇ ਰੂਪ ਵਿੱਚ ਆਪਾਂ ਨੂੰ ਮਿਲਦੀ ਆ, ਬਰੋਮੀਨ। ਅੱਗੇ ਸਭ ਤੋਂ ਸਖਤ, ਜੇ ਕੁਐਸਚਨ ਆ ਗਿਆ ਵੀ ਸਭ ਤੋਂ ਸਖਤ ਧਾਤ ਕਿਹੜੀ ਆ, ਸਭ ਤੋਂ ਸਖਤ ਨਾਨ ਮੈਟਲ, ਤਾਂ ਉਸ ਦਾ ਆਨਸਰ ਹੁੰਦਾ ਵਾ ਡਾਇਮੰਡ, ਠੀਕ ਹੈ। ਡਾਇਮੰਡ ਕੀ ਹੁੰਦੀ ਹੈ, ਇਹ ਕੀ ਹੈ ਅਲੋਟ੍ਰੋਪਿਕ ਫਾਰਮ ਆ ਕਾਰਬਨ ਦੀਆਂ। ਹੁਣ ਅਲੋਟ੍ਰੋਪਿਕ ਫਾਰਮ ਕੀ ਹੁੰਦਾ ਵਾ, ਤਾਂ ਇਹ ਹੁੰਦਾ ਵਾ ਜੇ ਮੰਨ ਲਓ ਕੋਈ ਵੀ ਇੱਕ ਆਪਣੇ ਕੋਲ ਐਲੀਮੈਂਟ ਆ, ਜਿਵੇਂ ਕਾਰਬਨ ਇੱਕ ਐਲੀਮੈਂਟ ਆ, ਠੀਕ ਹੈ। ਇਹਦੀਆਂ ਕੀ ਆ ਇੱਕ ਜਾਂ ਇੱਕ ਤੋਂ ਵੱਧ ਸਟਰਕਚਰ ਹੁੰਦੀਆਂ ਵਾ, ਠੀਕ ਹੈ, ਜਿਨ੍ਹਾਂ ਦੀਆਂ ਕੀ ਆ ਫਿਜ਼ੀਕਲ ਪ੍ਰੋਪਰਟੀ ਸੇਮ ਹੁੰਦੀਆਂ ਵਾ। ਫਿਜ਼ੀਕਲ ਪ੍ਰੋਪਰਟੀਜ਼ ਡਿਫਰੈਂਟ ਹੁੰਦੀਆਂ ਬਟ ਕੈਮੀਕਲ ਪ੍ਰੋਪਰਟੀਜ਼ ਕੀ ਸੇਮ ਹੁੰਦੀਆਂ ਵਾ। ਇਹਦਾ ਮਤਲਬ ਇਹ ਆ ਵੀ ਜਿਹੜਾ ਡਾਇਮੰਡ ਆ ਇਹ ਵੀ ਕਾਰਬਨ ਤੋਂ ਮਿਲ ਕੇ ਬਣਿਆ ਵਾ, ਤੇ ਗ੍ਰੇਫਾਈਟ ਵੀ ਕੀ ਆ ਕਾਰਬਨ ਤੋਂ ਹੀ ਮਿਲ ਕੇ ਬਣਿਆ ਵਾ, ਠੀਕ ਹੈ। ਤਾਂ ਦੋਨੇ ਬਣੇ ਕਾਰਬਨ ਤੋਂ ਮਿਲ ਕੇ ਹੀ ਆ, ਪਰ ਇਹਨਾਂ ਦੀ ਬਣਤਰ ਵੱਖਰੀ ਆ, ਠੀਕ ਹੈ। ਇਹਨਾਂ ਦੀ ਸ਼ੇਪ ਆਪਾਂ ਕਹਿੰਦੇ ਆ, ਇਹਨਾਂ 'ਚ ਕੀ ਆ ਬੌਂਡਿੰਗ ਵੱਖਰੀ ਆ। ਤਾਂ ਇਹਨੂੰ ਆਪਾਂ ਕਹਿੰਦੇ ਐਲੋਟ੍ਰੋਪਿਕ ਫਾਰਮ, ਜਿਸ 'ਚ ਕੀ ਆ ਆਪਾਂ ਕਹਿੰਦੇ ਇਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਤਾਂ ਸੇਮ ਆ ਪਰ ਫਿਜ਼ੀਕਲ ਪ੍ਰੋਪਰਟੀਜ਼ ਕੀ ਹੋਣ ਡਿਫਰੈਂਟ, ਉਹਨੂੰ ਆਪਾਂ ਐਲੋਟ੍ਰੋਪਿਕ ਫਾਰਮ ਕਹਿੰਦੇ ਆ। ਤਾਂ ਕਾਰਬਨ ਦੀਆਂ 2 ਐਲੋਟ੍ਰੋਪਿਕ ਫਾਰਮ ਹੁੰਦੀਆਂ ਵਾ, ਇੱਕ ਹੁੰਦੀ ਡਾਇਮੰਡ, ਇੱਕ ਹੁੰਦੀ ਆ ਗ੍ਰੇਫਾਈਟ। ਤੇ ਜਿਹੜੀ ਡਾਇਮੰਡ ਆ ਇਹ ਕੀ ਆ ਸਭ ਤੋਂ ਸਖਤ ਨੋਨ ਮੈਟਲ ਹੁੰਦੀ ਆ। ਗ੍ਰੇਫਾਈਟ ਜਿਹੜਾ ਆਪਣੇ ਪੈਨਸਲ ਦੇ ਵਿੱਚ ਸਿੱਕਾ ਹੁੰਦਾ ਵਾ ਉਹ ਗ੍ਰੇਫਾਈਟ ਦਾ ਬਣਿਆ ਹੁੰਦਾ ਵਾ। ਤਾਂ ਇਹ ਹੁੰਦਾ ਵਾ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ, ਜੋ ਇਲੈਕਟ੍ਰਿਸਿਟੀ ਵਧੀਆ ਪਾਸ ਕਰਦੀ ਆ, ਠੀਕ ਹੈ। ਤਾਂ ਕੁਐਸਚਨ ਆਖਦਾ ਵੀ ਓਨਲੀ ਨੋਨ ਮੈਟਲ ਵਿਚ ਇਜ਼ ਗੁੱਡ ਕੰਡਕਟਰ ਇਲੈਕਟ੍ਰਿਸਿਟੀ, ਆਨਸਰ ਆਏਗਾ ਗ੍ਰੇਫਾਈਟ। ਨੈਕਸਟ ਹੈ ਇਹਨਾਂ ਨੋਬਲ ਗੈਸ। ਨੋਬਲ ਗੈਸ ਕਿਹੜੀਆਂ ਹੁੰਦੀਆਂ, ਜਿਹੜੀਆਂ ਕੀ ਆ ਜਿਹੜਾ ਆਪਾਂ ਪੀਰੀਓਡਿਕ ਟੇਬਲ ਪੜ੍ਹਦੇ ਹਾਂ ਕੈਮਿਸਟਰੀ ਦੇ ਵਿੱਚ, ਉਹ 'ਚ ਲਾਸਟਲੇ ਗਰੁੱਪ ਨੂੰ ਆਪਾਂ ਕਹਿੰਦੇ ਨੋਬਲ ਗੈਸ। ਇਹਨੂੰ ਆਪਾਂ ਜ਼ੀਰੋ ਗਰੁੱਪ ਵੀ ਕਹਿ ਦਿੰਦੇ ਕਿਉਂਕਿ ਉਹ ਕਿਸੇ ਨਾਲ ਕਿਰਿਆ ਨਹੀਂ ਕਰਦੀਆਂ, ਤਾਂ ਕਰਕੇ ਇਹਨੂੰ ਆਪਾਂ ਕਹਿੰਦੇ ਜ਼ੀਰੋ ਗਰੁੱਪ, ਠੀਕ ਹੈ। ਇਹਦਾ ਆਨਸਰ ਇਹੀ ਆ, ਇਹ ਕਿਸੇ ਨਾਲ ਕਿਰਿਆ ਰਿਐਕਟ ਨਹੀਂ ਕਰਦੀਆਂ। ਐਗਜ਼ਾਮਪਲ ਜਿਵੇਂ ਸਾਰੀਆਂ ਗੈਸਾਂ ਮੈਂ ਲਿਖਤੀਆਂ, ਜਿਵੇਂ ਪਹਿਲਾਂ ਹੁੰਦੀ ਹੀਲੀਅਮ He, ਦੂਜੀ ਨਿਓਨ Ne, ਤੀਜੀ ਆਰਗਨ, ਚੌਥੀ Kr ਕ੍ਰਿਪਟੋਨ, ਪੰਜਵੀਂ ਜ਼ੀਨੋਨ Xe ਤੇ 6ਵੀਂ ਆ ਰਡੋਨ। ਇਹ ਆਪਣੇ ਕੋਲ 6 ਕੀ ਆ ਨੋਬਲ ਗੈਸਾਂ ਹੁੰਦੀਆਂ ਵਾ, ਠੀਕ ਹੈ। ਜਿਹੜੀ ਹੀਲੀਅਮ ਗੈਸ ਆ ਇਹ ਕੀ ਗੁਬਾਰਿਆਂ ਵਿੱਚ ਭਰੀ ਜਾਂਦੀ ਆ। ਨਿਓਨ ਹੋ ਗਈ, ਠੀਕ ਹੈ।
ਨੈਕਸਟ ਜਿਹੜੀ ਆਪਾਂ ਦੇਖਦੇ ਹਾਂ, ਪਹਿਲਾਂ ਆਪਾਂ ਥੋੜ੍ਹਾ ਇਹਨੂੰ ਰਿਵਾਈਜ਼ ਕਰ ਲੈਂਦੇ ਸਾਰਾ। ਤਾਂ ਪਹਿਲਾਂ ਤਾਂ ਉਹੀ ਸਭ ਤੋਂ ਰਿਐਕਟਿਵ ਧਾਤ ਉਹ ਕਿਹੜੀ ਹੁੰਦੀ ਹੈ? ਪੋਟਾਸ਼ੀਅਮ। ਸਭ ਤੋਂ ਘੱਟ ਰਿਐਕਟਿਵ ਧਾਤ ਕਿਹੜੀ ਹੁੰਦੀ ਹੈ? ਗੋਲਡ, ਜਿਹਨੂੰ ਆਪਾਂ Au ਕਹਿੰਦੇ ਹਾਂ। ਨੋਨ ਮੈਟਲ ਆਪਣੇ ਕੋਲ ਕਿੰਨੇ ਹੁੰਦੇ ਆ? 22। ਐਗਜ਼ਾਮਪਲ ਲਈਏ ਹਾਈਡਰੋਜਨ ਨੋਨ ਮੈਟਲ ਆ, ਆਕਸੀਜਨ, ਸਲਫਰ ਹੋ ਗਿਆ। ਧਾਤ ਨੋਨ ਮੈਟਲ ਜਿਹੜਾ ਲਿਕੁਇਡ ਹੋਵੇ ਹੁੰਦਾ ਬਰੋਮੀਨ, ਸਿੰਬਲ ਹੈਗਾ Br। ਸਭ ਤੋਂ ਸਖਤ ਨੋਨ ਮੈਟਲ ਕਿਹੜਾ? ਡਾਇਮੰਡ। ਡਾਇਮੰਡ ਕੀ ਆ? ਅਲਟ੍ਰੋਪਿਕ ਫਾਰਮ ਆਫ ਕਾਰਬਨ ਦੀਆਂ ਦੋ ਹੁੰਦੀਆਂ ਵਾ, ਡਾਇਮੰਡ ਐਂਡ ਗ੍ਰੇਫਾਈਟ। ਗ੍ਰੇਫਾਈਟ ਕੀ ਆ? ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਤੇ ਨੋਬਲ ਗੈਸ ਹੈ ਜਿਹਨੇ ਕਿਸੇ ਨੇ ਕਿਰਿਆ ਨਾ ਕਰਨ, ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ ਤੇ ਰੇਡੋਨ। ਠੀਕ ਹੈ। ਹੁਣ ਦੇਖੋ ਜਿਹੜੀ ਆਰਗਨ ਇੱਕ ਕੀ ਆ? ਨੋਬਲ ਗੈਸ ਆ। ਠੀਕ ਹੈ। ਇਹ ਕੀ ਜਿਹੜਾ ਆਪਣਾ ਬਲਬ ਹੁੰਦੇ ਆ, ਆਪਣੇ ਬਲਬ ਹੁੰਦੇ ਆ ਉਹਨਾਂ ਵਿੱਚ ਭਰੀ ਜਾਂਦੀ ਆ। ਠੀਕ ਹੈ। ਤਾਂ ਬਲਬ ਦੇ ਵਿੱਚ ਕਿਹੜੀ ਗੈਸ ਭਰੀ ਜਾਂਦੀ ਆ? ਆਰਗਨ। ਠੀਕ ਹੈ। ਹੁਣ ਬਲਬ ਦੇ ਅੰਦਰ ਇੱਕ ਫਿਲਾਮੈਂਟ ਲੱਗਾ ਹੁੰਦਾ ਵਾ, ਉਹ ਜਿਹੜਾ ਫਿਲਾਮੈਂਟ ਹੁੰਦਾ ਵਾ ਉਹ ਕੀ ਇੱਕ ਧਾਤ ਦਾ ਬਣਿਆ ਹੁੰਦਾ ਵਾ। ਠੀਕ ਹੈ। ਉਹ ਧਾਤ ਕਿਹੜੀ ਆ? ਟੰਗਸਟਨ। ਠੀਕ ਹੈ। ਤਾਂ ਜਿਹੜਾ ਫਿਲਾਮੈਂਟ ਹੁੰਦਾ ਬਲਬ ਦਾ ਕਿਹਦਾ ਬਣਾਉਂਦਾ? ਟੰਗਸਟਨ ਦਾ। ਟੰਗਸਟਨ ਦਾ ਸਿੰਬਲ ਹੁੰਦਾ W। ਠੀਕ ਹੈ। ਹੁਣ ਇਹਦਾ ਕਾਰਨ ਕੀ ਆ ਵੀ ਉਹਨੂੰ ਆਪਾਂ ਟੰਗਸਟਨ ਦਾ ਹੀ ਕਿਉਂ ਬਣਾਇਆ? ਕਿਉਂਕਿ ਦੇਖੋ ਬਲਬ ਜਦੋਂ ਆਪਾਂ ਚਲਾਉਂਦੇ ਹਾਂ ਤਾਂ ਬਲਬ ਆਪਾਂ ਦੇਖਦੇ ਹਾਂ ਵੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਵਾ। ਠੀਕ ਹੈ। ਤਾਂ ਜੇ ਆਪਾਂ ਉਹ ਜਿਹੜਾ ਫਿਲਾਮੈਂਟ ਹੁੰਦਾ ਜੇ ਆਪਾਂ ਲੋਹੇ ਦਾ ਬਣਾਵਾਂਗੇ ਤਾਂ ਲੋਹਾ ਕੀ ਆ? ਪਿਘਲ ਜਾਏਗਾ ਤੇ ਬਲਬ ਆਪਣਾ ਖਰਾਬ ਹੋ ਜਾਏਗਾ। ਤਾਂ ਆਪਾਂ ਉਹਨੂੰ ਵੱਧ ਟਾਈਮ ਤੱਕ ਨਹੀਂ ਵਰਤ ਸਕਦੇ, ਕਾਰਨ ਕਿ ਉਹਨੂੰ ਆਪਾਂ ਟੰਗਸਟਨ ਦਾ, ਕਿਉਂਕਿ ਟੰਗਸਟਨ ਦਾ ਜਿਹੜਾ ਪਿਘਲਾਓ ਦਰਜਾ ਵਾ ਉਹ 3500 ਡਿਗਰੀ ਸੈਲਸੀਅਸ, ਮਤਲਬ ਜੇ ਆਪਾਂ ਉਹਨੂੰ 3500 ਡਿਗਰੀ ਸੈਲਸੀਅਸ ਤੱਕ ਗਰਮ ਕਰਾਂਗੇ ਤਾਂ ਜਾ ਕੇ ਉਹ ਪਿਘਲੇਗਾ। ਤਾਂ ਕਰਕੇ ਉਹ ਜਿਹੜਾ ਫਿਲਾਮੈਂਟ ਹੁੰਦਾ ਮਤਲਬ ਉਹ ਕੀ ਆ? ਟੰਗਸਟਨ ਦਾ ਬਣਿਆ ਹੁੰਦਾ ਵਾ। ਠੀਕ ਹੈ। ਨੈਕਸਟ ਆਉਂਦਾ ਮੈਟਾਲੋਇਡ। ਮੈਟਾਲੋਇਡ ਕੀ ਹੁੰਦੇ ਆ? ਜਿਹੜੇ ਕੀ ਆ ਮੈਟਲ ਵੀ ਹੋਣ ਤੇ ਨੋਨ ਮੈਟਲ ਵੀ ਹੋਣ, ਦੋਨਾਂ ਦੀਆਂ ਪ੍ਰੋਪਰਟੀਜ਼ ਨੂੰ ਸ਼ੋਅ ਕਰਨਾ, ਉਹਨੂੰ ਆਪਾਂ ਕੀ ਕਹਿੰਦੇ ਆ? ਮੈਟਾਲੋਇਡ ਕਹਿ ਦਿੰਦੇ, ਜਿਹਨਾਂ ਵਿੱਚ ਕੀ ਆ? ਧਾਤਾਂ ਅਤੇ ਅਧਾਤਾਂ ਦੋਨਾਂ ਦੇ ਗੁਣ ਹੋਣ। ਠੀਕ ਹੈ। ਜਿਵੇਂ ਐਗਜ਼ਾਮਪਲ ਲਿਖੀਏ, ਜਰਮੇਨੀਅਮ ਹੋ ਗਿਆ Ge, ਗੈਲੀਅਮ ਹੋ ਗਿਆ Ga, ਜਾਂ ਐਸਾ ਹੋ ਗਿਆ ਸਿਲੀਕੌਨ। ਠੀਕ ਹੈ। ਸਿਲੀਕੌਨ ਨੂੰ ਆਪਾਂ ਕਿੱਚ ਵਰਤਦੇ, ਜਿਵੇਂ ਘੜੀਆਂ 'ਚ ਹੋ ਗਿਆ ਆਪਣੇ ਸਿਲੀਕੌਨ ਵਰਤਿਆ ਜਾਂਦਾ, ਜਾਂ ਆਪਣੇ ਜਿਹੜੇ ਸੋਲਰ ਸੈੱਲ ਆਪਣੇ ਲੱਗੇ ਹੁੰਦੇ ਆ ਰਸਤੇ ਦੇ ਵਿੱਚ, ਸੋਲਰ ਸੈੱਲ ਜਿੱਥੋਂ ਕੀ ਆ ਸਨਲਾਈਟ ਪੈਂਦੀ ਹੈ, ਸੂਰਜ ਦੀ ਰੋਸ਼ਨੀ, ਉੱਥੋਂ ਆਪਾਂ ਕੀ ਆ ਬਿਜਲੀ ਤਿਆਰ ਕਰਦੇ ਆ, ਸਟੋਰ ਕਰਦੇ, ਉਹਨੂੰ ਆਪਾਂ ਸੋਲਰ ਸੈੱਲ ਕਹਿ ਦਿੰਦੇ। ਉਹ 'ਚ ਵੀ ਕੀ ਆ? ਸਿਲੀਕੌਨ ਵਰਤਿਆ ਜਾਂਦਾ। ਠੀਕ ਹੈ। ਇੱਥੋਂ ਇਹ ਵੀ ਯਾਦ ਕਰ ਸਕਦੇ, ਜਿਹੜੀ ਸਿਲੀਕੌਨ ਵੈਲੀ ਹੈ ਨਾ ਉਹ ਬੰਗਲੌਰ ਦੇ ਵਿੱਚ ਆ। ਠੀਕ ਹੈ। ਤਾਂ ਇੱਥੋਂ ਇਹ ਵੀ ਸਟੈਟਿਕ ਕੁਐਸਚਨ ਮੰਗਦਾ ਵਾ ਵੀ ਸਿਲੀਕਨ ਵੈਲੀ ਕਿੱਥੇ ਸਥਿਤ ਆ? ਤਾਂ ਸਿਲੀਕਨ ਵੈਲੀ ਆ ਬੰਗਲੌਰ ਦੇ ਵਿੱਚ। ਤਾਂ ਇਹ ਹੋ ਗਿਆ ਸਾਰਾ। ਨੈਕਸਟ ਅੱਗੇ ਆ ਜਾਂਦਾ ਟੌਪਿਕ ਆਪਣੇ ਕੋਲ ਕੰਪਾਊਂਡ। ਤਾਂ ਕੰਪਾਊਂਡ ਕੀ ਹੁੰਦਾ ਵਾ? ਵੈਨ 2 or more ਐਲੀਮੈਂਟ ਕੰਬਾਈਨ ਇਨ ਫਿਕਸਡ ਪ੍ਰਪੋਰਸ਼ਨ, ਜਦੋਂ ਕੀ ਆ ਦੋ ਤੋਂ ਵੱਧ ਐਲੀਮੈਂਟ ਆਪਾਂ ਜੋੜ ਲਈਏ। ਠੀਕ ਹੈ। ਇਨ ਫਿਕਸਡ ਪ੍ਰਪੋਰਸ਼ਨ। ਹੁਣ ਫਿਕਸਡ ਪ੍ਰਪੋਰਸ਼ਨ ਕੀ ਆ? ਜੇ ਆਪਾਂ ਐਗਜ਼ਾਮਪਲ ਜਿਵੇਂ ਬਲੇ ਵਾਟਰ, ਤਾਂ ਆਪਾਂ ਨੂੰ ਪਤਾ ਪਾਣੀ ਇੱਕ ਕੰਪਾਊਂਡ ਆ। ਦੇਖੋ ਪਾਣੀ ਦੇ ਵਿੱਚ ਇੱਕ ਤਾਂ ਹਾਈਡਰੋਜਨ H, ਇੱਕ ਹੀ ਆਕਸੀਜਨ। ਠੀਕ ਹੈ। ਹੁਣ ਦੇਖੋ ਚ ਦੋ ਆਪਾਂ ਕਹਿੰਦੇ ਆ ਹਾਈਡਰੋਜਨ ਦੇ ਕਿੰਨੇ ਆ? 2 ਐਟਮ ਆ, ਆਕਸੀਜਨ ਦਾ ਕੀ 1 ਐਟਮ ਆ। ਠੀਕ ਹੈ। ਤਾਂ ਇਹ ਫਿਕਸਡ ਆ। ਠੀਕ ਹੈ। ਪਾਣੀ ਦੇ ਵਿੱਚ ਹਾਈਡਰੋਜਨ ਦੇ ਐਟਮ 2 ਹੀ ਰਹਿਣਗੇ, ਆਕਸੀਜਨ ਦਾ 1 ਹੀ ਰਹੇਗਾ। ਇਹਨੂੰ ਆਪਾਂ HO2 ਨਹੀਂ ਲਿਖ ਸਕਦੇ। ਠੀਕ ਹੈ। ਤਾਂ ਇਹਨੂੰ ਕਹਿੰਦੇ ਆਪਾਂ ਫਿਕਸਡ ਪ੍ਰਪੋਰਸ਼ਨ, ਵੀ ਐਲੀਮੈਂਟ ਜੁੜਦੇ ਤਾਂ ਹੈਗੇ ਆ ਬਟ ਜੁੜਦੇ ਆ ਫਿਕਸਡ ਪ੍ਰਪੋਰਸ਼ਨ ਦੇ ਵਿੱਚ। ਠੀਕ ਹੈ। ਤਾਂ ਵਾਟਰ ਦਾ ਜਿਹੜਾ ਵਾਟਰ ਇੱਕ ਕੰਪਾਊਂਡ ਆ, ਇਹਦਾ ਫਾਰਮੂਲਾ ਕੀ ਹੁੰਦਾ ਪਾਣੀ ਦਾ? H2O। ਉਵੇਂ ਅਮੋਨੀਆ ਵੀ ਇੱਕ ਗੈਸ ਹੁੰਦੀ ਆ, ਇਹ ਵੀ ਕੰਪਾਊਂਡ ਆ, ਇਹਦਾ ਫਾਰਮੂਲਾ ਕੀ ਹੁੰਦਾ? NH3। ਤੇ NaCl ਵੀ ਕੰਪਾਊਂਡ ਹੈ, ਤਾਂ ਫਾਰਮੂਲਾ ਕੀ ਹੁੰਦਾ ਵਾ? ਇਹਨੂੰ ਆਪਾਂ ਕਹਿੰਦੇ ਸੋਡੀਅਮ ਕਲੋਰਾਈਡ। ਇਹਨੂੰ ਆਪਾਂ ਜਿਹੜਾ ਆਪਾਂ ਘਰਾਂ ਵਿੱਚ ਨਮਕ ਵਰਤਦੇ ਆ ਉਹਨੂੰ ਉਹੀ ਆਪਣੇ ਕੋਲ NaCl ਹੁੰਦਾ ਵਾ। ਠੀਕ ਹੈ। ਨੈਕਸਟ ਦੇਖੀਏ ਜਿਹੜਾ CH4 ਆ, CH4 ਵੀ ਹੁਣ ਕਾਰਬਨ ਤੇ ਹਾਈਡਰੋਜਨ ਤੋਂ ਮਿਲ ਕੇ ਬਣਿਆ, ਇਹ ਵੀ ਇੱਕ ਕੰਪਾਊਂਡ ਆ। ਠੀਕ ਹੈ। ਇਹਨੂੰ ਆਪਾਂ ਕਹਿੰਦੇ ਮੀਥੇਨ। ਇਹ ਗੈਸ ਹੁੰਦੀ ਆ, ਇਹ ਗੈਸ ਜਿਹੜੀ ਗੋਬਰ ਗੈਸ ਆਪਾਂ ਹੁੰਦੇ ਪਹਿਲਾਂ ਗੋਬਰ ਗੈਸ ਵਰਤੀ ਜਾਂਦੀ ਹੈ। ਠੀਕ ਹੈ। ਉਹ 'ਚ ਕਿਹੜੀ ਗੈਸ ਹੁੰਦੀ ਗੋਬਰ ਦੇ ਵਿੱਚ? ਮੀਥੇਨ ਗੈਸ। ਠੀਕ ਹੈ। CH4 ਦਾ ਫਾਰਮੂਲਾ ਵਾ। ਅੱਗੇ ਇੱਕ ਹੁੰਦਾ CaCO3, ਕੈਲਸ਼ੀਅਮ ਕਾਰਬੋਨੇਟ ਕਹਿੰਦੇ ਆਪਾਂ ਇਹਨੂੰ, ਇਹ ਵੀ ਇੱਕ ਕੰਪਾਊਂਡ ਆ। ਇਹ ਕੀ ਮੋਤੀ ਜਿਹੜੇ ਬਣਦੇ ਉਹ 'ਚ ਵਰਤਿਆ ਜਾਂਦਾ ਵਾ। ਠੀਕ ਹੈ। ਤਾਂ ਕੈਲਸ਼ੀਅਮ ਕਾਰਬੋਨੇਟ ਬਣਿਆ ਜਾਂਦਾ ਮੋਤੀ ਬਣਾਉਣ ਦੇ ਵਿੱਚ। ਠੀਕ ਹੈ। ਤਾਂ ਇੱਕ ਵਾਰੀ ਫਿਰ ਆਪਾਂ ਇਹਨੂੰ ਰਿਵਾਈਜ਼ ਕਰ ਲੈਂਦੇ ਹਾਂ। ਪਹਿਲਾਂ ਤਾਂ ਇਹੀ ਬਲਬਾਂ ਵਿੱਚ ਕਿਹੜੀ ਗੈਸ ਭਰੀ ਜਾਂਦੀ? ਆਰਗਨ। ਠੀਕ ਹੈ। ਜਿਹੜਾ ਫਿਲਾਮੈਂਟ ਹੁੰਦਾ ਮਤਲਬ ਦਾ ਕਿਹਦਾ ਬਣਾਉਂਦਾ? ਟੰਗਸਟਨ ਦਾ, ਸਿੰਬਲ ਕੀ ਆ? W। ਇਹਦਾ ਪਿਘਲਾਓ ਦਰਜਾ ਕਿੰਨਾ ਹੁੰਦਾ ਵਾ? 3500 ਡਿਗਰੀ ਸੈਲਸੀਅਸ। ਮੈਟਾਲੋਇਡ ਕਿਹੜੇ ਜਿਸ 'ਚ ਕੀ ਆ? ਧਾਤਾਂ ਅਤੇ ਧਾਤਾਂ ਦੇ ਗੁਣ ਹੋਣ। ਐਗਜ਼ਾਮਪਲ ਜਰਮੇਨੀਅਮ, ਗੈਲੀਅਮ, ਸਿਲੀਕੌਨ। ਸਿਲੀਕਨ ਨੂੰ ਕਿੱਥੇ ਵਰਤਦੇ ਆਪਾਂ? ਸੋਲਰ ਸੈੱਲ ਦੇ ਵਿੱਚ। ਤੇ ਸਿਲੀਕੌਨ ਵੈਲੀ ਕਿੱਥੇ ਆ? ਬੰਗਲੌਰ ਦੇ ਵਿੱਚ। ਅਗੇ ਕੰਪਾਊਂਡ ਵੇਖੀਏ ਤਾਂ ਕੰਪਾਊਂਡ ਜਦੋਂ ਆਪਾਂ ਦੋ ਤੋਂ ਵੱਧ ਐਲੀਮੈਂਟ ਜੋੜ ਦਈਏ ਇਨ ਫਿਕਸਡ ਪ੍ਰਪੋਰਸ਼ਨ, ਉਹਨੂੰ ਆਪਾਂ ਕੰਪਾਊਂਡ ਕਹਿ ਦਿੰਦੇ ਆ। ਠੀਕ ਹੈ। ਇਹ ਇੱਕ ਹੋਮੋਜੀਨੀਅਸ ਮਿਕਸਚਰ ਹੁੰਦਾ ਵਾ, ਸਰਵ ਵਿਆਪਕ ਮਿਕਸਚਰ, ਚੰਗੀ ਤਰ੍ਹਾਂ ਘੁਲਿਆ ਹੋਇਆ ਮਿਕਸਚਰ ਹੁੰਦਾ ਵਾ। ਵਾਟਰ ਦਾ ਕੀ ਹੁੰਦਾ ਵਾ ਆਪਣੇ ਕੋਲ? ਰਸਾਇਣਿਕ ਸੂਤਰ H2O। ਅਮੋਨੀਆ ਦਾ ਹੁੰਦਾ NH3। NaCl ਦਾ ਕੀ ਹੁੰਦਾ? ਸੋਡੀਅਮ ਕਲੋਰਾਈਡ। ਜਿਹੜੀ CH4 ਮੀਥੇਨ ਗੈਸ ਹੈ ਇਹ ਕਿਹੜੀ? ਗੋਬਰ ਗੈਸ ਹੁੰਦੀ ਆ। CaCO3 ਕੈਲਸ਼ੀਅਮ ਕਾਰਬੋਨੇਟ ਕੀ ਹੁੰਦਾ? ਜਿਹੜਾ ਮੋਤੀ ਬਣਾਉਣ ਦੇ ਵਿੱਚ ਕੀ ਆ ਵਰਤਿਆ ਜਾਂਦਾ ਵਾ। ਨੈਕਸਟ ਜੇ ਆਪਾਂ ਪੜ੍ਹ ਲਿਆ ਸਾਰਾ ਆਪਾਂ ਕੰਪਾਊਂਡ ਬਾਰੇ, ਹੁਣ ਆਪਾਂ ਉਧਰਲੇ ਪਾਸੇ ਮਿਕਸਚਰ ਬਾਰੇ ਸਟੱਡੀ ਕਰਾਂਗੇ। ਤਾਂ ਮਿਕਸਚਰ ਕੀ ਹੁੰਦਾ ਵਾ? ਜਿਹਨੂੰ ਆਪਾਂ ਮਿਸ਼ਰਣ ਕਹਿ ਦਿੰਦੇ ਆ। ਕੰਟੇਨ 2 or more ਐਲੀਮੈਂਟ ਇਨ ਐਨੀ ਪ੍ਰਪੋਰਸ਼ਨ। ਠੀਕ ਹੈ। ਉਹ ਗੱਲ ਸੇਮ ਹੀ ਆ,
ਇਹ ਵੀ ਕੀ ਆ ਦੋ ਤੋਂ ਵੱਧ ਐਲੀਮੈਂਟ ਤੋਂ ਮਿਲ ਕੇ ਬਣਦਾ ਵਾ, ਪਰ ਇਹ 'ਚ ਕੀ ਹੁੰਦਾ ਵਾ ਕੋਈ ਪ੍ਰਪੋਰਸ਼ਨ ਫਿਕਸ ਨਹੀਂ ਹੁੰਦਾ। ਇਹ 'ਚ ਕੀ ਹੁੰਦਾ ਐਨੀ ਪ੍ਰਪੋਰਸ਼ਨ ਕਿਸੇ ਪ੍ਰਪੋਰਸ਼ਨ 'ਚ ਜੁੜੇ ਹੋ ਸਕਦੇ ਆ। ਜਿਵੇਂ ਕਹਿੰਦੇ ਹਵਾ ਵਾ, ਹਵਾ ਵਿੱਚ ਬਹੁਤ ਸਾਰੀਆਂ ਗੈਸਾਂ ਪ੍ਰੈਜੈਂਟ ਆ, ਠੀਕ ਹੈ। ਹੁਣ ਆਪਣੇ ਮੰਨ ਲਓ ਇੱਥੇ ਹਵਾ ਥੋੜ੍ਹੀ ਸ਼ੁੱਧ ਆ, ਆਪਣੇ ਕੀ ਆ ਜਿਹੜੀਆਂ ਹਾਨੀਕਾਰਕ ਗੈਸਾਂ ਦੀ ਮਾਤਰਾ ਘੱਟ ਆ, ਪਰ ਜਿੱਥੇ ਮਤਲਬ ਟ੍ਰੈਫਿਕ ਹੁੰਦਾ ਵਾ ਉੱਥੇ ਹਾਨੀਕਾਰਕ ਗੈਸਾਂ ਦੀ ਮਾਤਰਾ ਵੱਧ ਹੁੰਦੀ ਆ। ਤਾਂ ਆਪਣੇ ਇੱਥੇ ਹਵਾ ਦੀ ਕੰਪੋਜੀਸ਼ਨ ਹੋਰ ਆ, ਉੱਥੇ ਹਵਾ ਦੀ ਕੰਪੋਜੀਸ਼ਨ ਹੋਰ ਆ, ਠੀਕ ਹੈ। ਤਾਂ ਕਿ ਹਵਾ ਨੂੰ ਆਪਾਂ ਕੰਪਾਊਂਡ ਨਹੀਂ ਕਹਾਂਗੇ। ਕੰਪਾਊਂਡ ਉਹ ਜਿਹਨਾਂ ਦੇ ਕੀ ਹੈ ਕੰਪੋਜੀਸ਼ਨ ਫਿਕਸਡ ਹੋਵੇ। ਤਾਂ ਹਵਾ ਦੀ ਕੰਪੋਜੀਸ਼ਨ ਫਿਕਸ ਨਹੀਂ ਹੈਗੀ, ਇਟ ਮੀਨਸ ਇਹ ਕੀ ਹੋਏਗਾ ਮਿਕਸਚਰ ਹੋਏਗਾ, ਠੀਕ ਹੈ। ਤਾਂ ਹਵਾ ਇੱਕ ਮਿਕਸਚਰ ਹੁੰਦਾ ਵਾ। ਉਵੇਂ ਸੀ ਵਾਟਰ ਸਮੁੰਦਰੀ ਪਾਣੀ ਮਿਕਸਚਰ ਆ, ਜਾਂ ਜਿਹੜੀ ਆਪਣੀ ਮਿੱਟੀ ਆ, ਮਿੱਟੀ 'ਚ ਵੀ ਬਹੁਤ ਸਾਰੇ ਖਣਿਜ ਘੁਲੇ ਹੁੰਦੇ, ਇਹ ਵੀ ਇੱਕ ਮਿਕਸਚਰ ਆ। ਜਾਂ ਆਪਣੇ ਕੋਈ ਮਿਨਰਲਸ ਹੋ ਗਏ, ਠੀਕ ਹੈ। ਅਗਰ ਕਈ ਵਾਰੀ ਆਉਂਦਾ ਵੀ ਜਿਹੜਾ ਬਰਾਸ ਆ, ਠੀਕ ਹੈ, ਬਰਾਸ ਪਿੱਤਲ ਨੂੰ ਆਪਾਂ ਕਹਿੰਦੇ ਆ ਕਿਹਦਾ ਮਿਕਸਚਰ ਆ, ਬਰਾਸ ਕਿਹਨੂੰ ਮਿਲਾ ਕੇ ਬਣਦਾ ਵਾ, ਠੀਕ ਹੈ। ਤਾਂ ਬਰਾਸ ਜਦੋਂ ਆਪਾਂ ਕਾਪਰ ਤੇ ਜ਼ਿੰਕ ਨੂੰ ਮਿਲਾ ਦਈਏ ਤਾਂ ਬਰਾਸ ਬਣਦਾ ਵਾ, ਠੀਕ ਹੈ। ਤਾਂ ਬਰਾਸ ਵੀ ਇੱਕ ਮਿਕਸਚਰ ਆ, ਠੀਕ ਹੈ। ਕਾਪਰ ਤੇ ਜ਼ਿੰਕ ਨੂੰ ਮਿਲਾਉਣ ਨਾਲ ਕੀ ਬਣਦਾ ਵਾ ਬਰਾਸ, ਠੀਕ ਹੈ। ਅੱਗੇ ਮਿਕਸਚਰ ਦੀਆਂ ਟਾਈਪਸ ਆ ਜਾਂਦੀਆਂ, ਇੱਕ ਹੁੰਦੇ ਹੋਮੋਜੀਨੀਅਸ ਇੱਕੋ ਜਿਹੇ, ਇੱਕ ਹੁੰਦੀ ਆ ਹੈਟਰੋਜੀਨੀਅਸ ਜਿਹੜੇ ਵਿਪਰੀਤ ਹੁੰਦੇ ਆ। ਹੁਣ ਹੋਮੋਜੀਨੀਅਸ ਕਿਹੜੇ ਹੁੰਦੇ ਆ, ਐਵਰੀ ਪਾਰਟ ਹੈਜ਼ ਅ ਸੇਮ ਕੰਪੋਜੀਸ਼ਨ, ਜਿਸ 'ਚ ਕੀ ਆ ਹਰ ਇੱਕ ਪਾਰਟ ਦੀ ਕੰਪੋਜੀਸ਼ਨ ਸੇਮ ਹੋਵੇ। ਜੇ ਆਪਾਂ ਕੀ ਆ ਪਾਣੀ ਦੇ ਵਿੱਚ ਕੀ ਆ ਖੰਡ ਘੋਲਦੇ ਚੰਗੀ ਤਰ੍ਹਾਂ ਘੋਲ ਲੈਂਦੇ ਆ, ਤਾਂ ਪਾਣੀ ਦੇ ਇਕੱਲੇ ਪਾਰਟ ਦੇ ਵਿੱਚ ਖੰਡ ਦੀ ਕੰਪੋਜੀਸ਼ਨ ਸੇਮ ਹੋਏਗੀ, ਤਾਂ ਕਰਕੇ ਇਹ ਕਿਹੜਾ ਹੋਏਗਾ ਹੋਮੋਜੀਨੀਅਸ ਮਿਕਸਚਰ, ਠੀਕ ਹੈ। ਜਾਂ ਜਿਵੇਂ ਪਾਣੀ ਦੇ ਵਿੱਚ ਆਪਾਂ ਉਹੀ ਖੰਡ ਘੋਲੀ ਜਾਂ ਇੱਦਾਂ ਜਿਹੜਾ ਪੂਰੀ ਤਰ੍ਹਾਂ ਮਿਕਸ ਹੋ ਜਾਏ ਉਹਨੂੰ ਆਪਾਂ ਹੋਮੋਜੀਨੀਅਸ ਇੱਕੋ ਜਿਹੇ ਕਹਿ ਦਿੰਦੇ ਆ। ਹੈਟਰੋਜੀਨੀਅਸ ਜਿਹੜਾ ਚੰਗੀ ਤਰ੍ਹਾਂ ਮਿਕਸ ਨਾ ਹੋਵੇ, ਜਿਵੇਂ ਮੰਨ ਲਓ ਪਾਣੀ ਉਹ 'ਚ ਆਪਾਂ ਮਿੱਟੀ ਪਾਈਏ ਤਾਂ ਉਹ ਮਿਕਸ ਨਹੀਂ ਹੋਏਗੀ, ਉੱਦਾਂ ਹੀ ਰਹੇਗੀ, ਠੀਕ ਹੈ। ਤਾਂ ਉਹਨੂੰ ਆਪਾਂ ਕਹਿੰਦੇ ਆ ਐਵਰੀ ਪਾਰਟ ਹੈਜ਼ ਨੋਟ ਸੇਮ, ਵੀ ਹਰ ਇੱਕ ਪਾਰਟ ਦੀ ਸੇਮ ਕੰਪੋਜੀਸ਼ਨ ਨਹੀਂ ਹੋਏਗੀ, ਤਾਂ ਉਹਨੂੰ ਕਹਾਂਗੇ ਆਪਾਂ ਹੈਟਰੋਜੀਨੀਅਸ। ਜਿਵੇਂ ਐਗਜ਼ਾਮਪਲ ਇਹ ਡਸਟ ਪਾਰਟੀਕਲ ਨੀਅਰ, ਠੀਕ ਹੈ, ਕਿਤੇ ਡਸਟ ਪਾਰਟੀਕਲ ਘੱਟ ਆ, ਕਿਤੇ ਡਸਟ ਪਾਰਟੀਕਲ ਵੱਧ ਆ, ਉਹਨਾਂ ਦੀ ਕੰਪੋਜੀਸ਼ਨ ਹਰ ਥਾਂ 'ਤੇ ਸੇਮ ਨਹੀਂ ਹੈਗੀ, ਤਾਂ ਕਿ ਇਹ ਕੀ ਹੋ ਗਿਆ ਹੈਟਰੋਜੀਨੀਅਸ ਮਿਕਸਚਰ, ਠੀਕ ਹੈ। ਨੈਕਸਟ ਕੁਐਸਚਨ ਇਹ ਵੀ ਆਖਦਾ ਵੀ ਸਮੈਲ ਇਨ, ਆਪਾਂ ਦੇਖਦੇ ਹਾਂ ਜਦੋਂ ਆਪਾਂ ਗੰਡਾ ਗੁੰਡਾ ਹੋ ਗਿਆ ਜਾਂ ਜਿਵੇਂ ਗਾਰਲਿਕ ਹੋ ਗਿਆ, ਲਸਣ ਹੋ ਗਿਆ, ਉੱਥੋਂ ਆਪਾਂ ਨੂੰ ਇੱਕ ਸਮੈਲ ਜੀ ਆਉਂਦੀ ਆ। ਉਹ ਸਮੈਲ ਕਿਉਂ ਆਉਂਦੀ, ਉਹ 'ਚ ਕਿਹੜਾ ਐਲੀਮੈਂਟ ਪ੍ਰੈਜ਼ੈਂਟ ਆ, ਤਾਂ ਉਹਦੇ 'ਚ ਹੁੰਦਾ ਪੋਟਾਸ਼ੀਅਮ, ਠੀਕ ਹੈ। ਜਿਹੜੀ ਸਮੈਲ ਆਪਾਂ ਨੂੰ ਆਉਂਦੀ ਆ ਅਨੀਅਨ ਦੀ, ਗੰਡੇ ਦੀ ਜਾਂ ਲਸਣ ਦੀ, ਉਹ ਆਉਂਦੀ ਡਿਊ ਟੂ ਪੋਟਾਸ਼ੀਅਮ, ਕਿਉਂਕਿ ਪੋਟਾਸ਼ੀਅਮ ਦੇ ਕਰਕੇ ਇਹ ਸਮੈਲ ਆਉਂਦੀ ਆ, ਠੀਕ ਹੈ। ਨੈਕਸਟ ਜਿਹੜਾ ਟ੍ਰੀਟਮੈਂਟ ਆਫ ਕੈਂਸਰ, ਵੀ ਕੈਂਸਰ ਦੇ ਟ੍ਰੀਟਮੈਂਟ ਕਰਦੇ ਆ ਅੱਜ ਕੱਲ੍ਹ ਡਾਕਟਰਸ, ਉਹ 'ਚ ਕਿਹੜਾ ਆਈਸੋਟੋਪ ਵਰਤਦੇ ਆ, ਤਾਂ ਉਹ ਐਲੀਮੈਂਟ ਹੁੰਦਾ ਕੋਬਾਲਟ ਦਾ ਆਈਸੋਟੋਪ, ਠੀਕ ਹੈ। ਕੋਬਾਲਟ ਇੱਕ ਕੀ ਹੈ ਮੈਟਲ ਹੁੰਦਾ ਵਾ, ਉਹਦਾ ਆਈਸੋਟੋਪ ਵਰਤਦੇ ਆਪਾਂ ਟ੍ਰੀਟਮੈਂਟ ਆਫ ਕੈਂਸਰ ਵਾਸਤੇ, ਠੀਕ ਹੈ। ਲੇਟੈਸਟ ਕੁਐਸਚਨ ਆ ਬਹੁਤ ਇੰਪੋਰਟੈਂਟ। ਨੈਕਸਟ ਆਉਂਦਾ ਵਾ ਮਿਲਕ। ਹੁਣ ਪਤਾ ਮਿਲਕ ਵੀ ਇੱਕ ਮਿਕਸਚਰ ਆ, ਠੀਕ ਹੈ। ਹੁਣ ਕਈ ਵਾਰੀ ਕੁਐਸਚਨ ਆਉਂਦਾ ਕਿ ਜਿਹੜੀ ਮਿਲਕ ਦੀ ਜਿਹੜੀ ਸ਼ੁੱਧਤਾ ਹੁੰਦੀ ਆ, ਪਿਓਰਿਟੀ ਮਾਪਣ ਲਈ ਆਪਾਂ ਕਿਹੜਾ ਡਿਵਾਈਸ ਵਰਤਦੇ, ਕਿਹੜਾ ਯੰਤਰ ਵਰਤਦੇ ਆ, ਤਾਂ ਉਹਨੂੰ ਆਪਾਂ ਕਹਿੰਦੇ ਲੈਕਟੋਮੀਟਰ, ਠੀਕ ਹੈ। ਤਾਂ ਲੈਕਟੋਮੀਟਰ ਉਹ ਯੰਤਰ ਆ ਜਿਹਦੇ ਨਾਲ ਆਪਾਂ ਕੀ ਹੈ ਮਿਲਕ ਦੀ ਕੀ ਹੈ ਸ਼ੁੱਧਤਾ ਚੈੱਕ ਕਰ ਸਕਦੇ ਹਾਂ, ਠੀਕ ਹੈ। ਇਹਨੂੰ ਆਪਾਂ ਇੱਕ ਵਾਰੀ ਫਿਰ ਸਾਰਿਆਂ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਤਾਂ ਪਹਿਲਾਂ ਮਿਕਸਚਰ ਹੁੰਦਾ ਕੀ ਆ, ਮਿਕਸਚਰ ਕੀ ਜਦੋਂ ਆਪਾਂ ਦੋ ਤੋਂ ਵੱਧ ਐਲੀਮੈਂਟ ਨੂੰ ਆਪਣਾ ਕੰਬਾਈਨ ਕਰੀਏ ਇਨ ਐਨੀ ਪ੍ਰਪੋਰਸ਼ਨ, ਜਿਵੇਂ ਐਗਜ਼ਾਮਪਲ ਲੈ ਲਈਏ ਆਪਾਂ ਹਵਾ ਹੋ ਗਿਆ, ਠੀਕ ਹੈ। ਤਾਂ ਆਪਾਂ ਗੱਲ ਕਰਦੇ ਹਾਂ ਬਰਾਸ, ਪਿੱਤਲ ਕਿਹਦਾ ਮਿਕਸਚਰ ਆ, ਕਾਪਰ ਤੇ ਜ਼ਿੰਕ ਦਾ। ਕਾਪਰ ਜਿਵੇਂ ਤਾਂਬਾ ਹੋ ਗਿਆ, ਠੀਕ ਹੈ, ਤਾਂਬੇ ਤੇ ਜ਼ਿੰਕ ਨੂੰ ਮਿਲਾ ਕੇ ਆਪਾਂ ਬਰਾਸ ਤਿਆਰ ਕਰ ਸਕਦੇ ਹਾਂ। ਅੱਗੇ ਦੋ ਤਰ੍ਹਾਂ ਦੇ ਹੁੰਦੇ ਹੋਮੋਜੀਨੀਅਸ ਤੇ ਹੈਟਰੋਜੀਨੀਅਸ। ਹੋਮੋਜੀਨੀਅਸ ਕਿਹਦੇ 'ਚ ਕੀ ਹੈ ਸੇਮ ਕੰਪੋਜੀਸ਼ਨ ਹੋਵੇ, ਇਹ 'ਚ ਕੀ ਹੋਵੇ ਨੋਟ ਸੇਮ ਕੰਪੋਜੀਸ਼ਨ। ਐਗਜ਼ਾਮਪਲ ਲੈ ਲਈਏ ਸ਼ੂਗਰ ਇਨ ਵਾਟਰ, ਇਹਦਾ ਕੀ ਆਏਗਾ ਡਸਟ ਪਾਰਟੀਕਲ ਇਨ ਵਾਟਰ। ਅੱਗੇ ਜਿਹੜੀ ਸਮੈਲ ਹੁੰਦੀ ਆ ਅਨੀਅਨ ਦੀ ਜਾਂ ਗਾਰਲਿਕ ਦੀ, ਉਹ ਕਿਉਂ, ਕਿਉਂਕਿ ਉਹ 'ਚ ਕੀ ਆ ਪੋਟਾਸ਼ੀਅਮ ਹੁੰਦਾ ਵਾ, ਠੀਕ ਹੈ। ਟ੍ਰੀਟਮੈਂਟ ਆਫ ਕੈਂਸਰ ਵਾਸਤੇ ਕਿਹੜਾ ਆਈਸੋਟੋਪ ਵਰਤਦੇ ਆ, ਕੋਬਾਲਟ ਦਾ ਆਈਸੋਟੋਪ। ਅੱਗੇ ਮਿਲਕ ਜਿਹੜਾ ਹੁੰਦਾ ਮਿਕਸਚਰ ਆ, ਤਾਂ ਮਿਲਕ ਦੀ ਸ਼ੁੱਧਤਾ ਮਾਪਣ ਲਈ ਕੀ ਵਰਤਦੇ ਆਪਾਂ ਲੈਕਟੋਮੀਟਰ, ਠੀਕ ਹੈ। ਸੋ ਇਹ ਸੀਗਾ ਆਪਣੇ ਕੋਲ ਮੈਟਲ ਤੇ ਨੋਨ ਮੈਟਲ ਅਲੋਇਡ, ਠੀਕ ਹੈ। ਹੁਣ ਨੈਕਸਟ ਵੀਡੀਓ ਵਿੱਚ ਆਪਾਂ ਅਲੋਇਸ, ਉਹਨਾਂ ਦੇ ਅੱਗੇ ਸਸਪੈਂਸ਼ਨ ਹੋ ਗਈ, ਜਾਂ ਕਿੱਦਾਂ ਆਪਾਂ ਮਿਕਸਚਰ ਨੂੰ ਵੱਖਰਾ ਕਰ ਸਕਦੇ ਹਾਂ, ਵੱਖਰੀਆਂ ਵਿਧੀਆਂ ਹੁੰਦੀਆਂ ਆਪਣੇ ਕੋਲ, ਠੀਕ ਹੈ, ਉਹਨਾਂ ਬਾਰੇ ਡਿਸਕਸ ਕਰਾਂਗੇ। ਸੋ ਥੈਂਕਸ ਫॉर ਵਾਚਿੰਗ ਦਾ ਵੀਡੀਓ, ਠੀਕ ਹੈ। ਅਤੇ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਨੈਕਸਟ ਵੀਡੀਓ ਤੁਹਾਨੂੰ ਜਲਦੀ ਮਿਲੇਗੀ। ਥੈਂਕਸ ਫॉर ਵਾਚਿੰਗ ਦਾ ਵੀਡੀਓ।